ਸਤਨਾਮ ਸ਼੍ਰੀ ਵਾਹਿਗੁਰੂ ਜੀ। ਛੂਛਾ ਕਰ ਕੀਰਤਪੁਰ ਚਾਲੀ। ਤਿੰਨੇ ਲੋਕਾਂ ਦੇ ਮਾਲਕ ਦੇ ਜਾਣ ਕਰਕੇ ਜਿਹੜਾ ਕੋਗ ਵਾਦਾ ਹੋਇਆ ਸ਼ਹਿਰ ਕੀਰਤਪੁਰ, ਉਹ ਵੀ ਮਾਨੋ ਇੱਕ ਉਜਾੜਾਂ ਦੇ ਸਮਾਨ ਸੰਗਤਾਂ ਨੂੰ ਪ੍ਰਤੀਤ ਹੋਣ ਲੱਗ ਪਿਆ ਸੀ। ਲੀਨਸ ਸੰਗ ਸਮਾਜ ਵਿਸਾਲੀ। ਬੜਾ ਜਿਹੜਾ ਸਾਜੋ ਸਮਾਜ ਬਾਲਾ ਪ੍ਰੀਤਮ ਨੇ ਆਪਣੇ ਨਾਲ ਹੀ ਲੈ ਲਿਆ ਹੈ। ਨਹੀਂ ਆਬਨੋ ਪੁਨ ਇਸ ਥਾਨੀ। ਦੁਬਾਰਾ ਤਾਂ ਸਤਿਗੁਰੂ ਜੀ ਨੇ ਇਸ ਨਗਰ ਦੇ ਵਿੱਚ ਮੁੜ ਕਰਕੇ ਨਹੀਂ ਆਉਣਾ ਹੈ। ਇੱਕ ਸਤਿਗੁਰ ਹੀ ਔਰ ਮਹਿ ਜਾਨੀ। ਇਸ ਭਵਿੱਖਤ ਵਾਰਤਾ ਨੂੰ ਇੱਕੋ ਇੱਕ ਬਾਲਾ ਪ੍ਰੀਤਮ ਤਾਂ ਆਪ ਖੁਦ ਜਾਣਨ ਵਾਲੇ ਹਨ, ਹੋਰ ਕਿਸੇ ਨੂੰ ਕੋਈ ਪਤਾ ਨਹੀਂ। ਕਈ ਪ੍ਰੇਮੀ ਮਨ ਦੇ ਵਿੱਚ ਜ਼ਰੂਰ ਅੰਦਾਜ਼ਾ ਲਗਾਉਂਦੇ ਹੋਣਗੇ ਵੀ ਮਹੀਨੇ 2 ਮਹੀਨੇ ਕਦੇ ਨਾ ਕਦੇ ਤਾਂ ਸਤਿਗੁਰੂ ਜੀ ਨੇ ਇਸ ਨਗਰ ਦੇ ਵਿੱਚ ਜ਼ਰੂਰ ਵਾਪਸ ਮੁੜ ਆਉਣਾ ਹੈ, ਪਰ ਨਾ ਮੁੜਨ ਵਾਲੀ ਵਾਰਤਾ ਨੂੰ ਆਪ ਸਤਿਗੁਰੂ ਜੀ ਜਾਣਦੇ ਹਨ। ਆਪਰ ਕੌਣ ਗਤ ਗੁਰ ਕੀ ਜਾਣੇ। ਬਾਲਾ ਪ੍ਰੀਤਮ ਦੀ ਗਤੀ ਨੂੰ ਹੋਰ ਕਿਹੜਾ ਕੋਈ ਦੁਨਿਆਵੀ ਪ੍ਰਾਣੀ ਜਾਣ ਸਕਦਾ ਹੈ। ਜਿਸ ਲੱਖ ਚੱਲੀ ਤੁਰਕ ਦਿਸ਼ਪੁਰ ਕੀ। ਜਿਸ ਵਾਰਤਾ ਨੂੰ ਜਾਣਦੇ ਹੋਇਆ ਸਤਿਗੁਰੂ ਜੀ ਆਪ ਤੁਰਕਾਂ ਦੀ ਜਿਹੜੀ ਪੁਰੀ ਹੈ ਦਿੱਲੀ ਸ਼ਹਿਰ ਦੇ ਵੱਲ ਚੱਲ ਪਏ ਹਨ। ਨਿਰਪਕੋ ਦੂਤ ਸੰਗ ਤਬ ਚਾਲਾ। ਜਿਹੜਾ ਰਾਜੇ ਜੈ ਸਿੰਘ ਦਾ ਦੋਤ ਪਰਸਰਾਮ, ਉਹ ਵੀ ਆਪਣੇ ਮਹਾਰਾਜ ਦੇ ਨਾਲ ਹੀ ਤੁਰ ਪਿਆ ਸੀ। ਕੀਨ ਸਪੂਰਨ ਕਾਜ ਵਿਸਾਲਾ। ਸੋ ਦੇਵੀ ਮਹਾਰਾਜ ਨੇ ਸਾਡਾ ਜਿਹੜਾ ਬਹੁਤ ਵੱਡਾ ਕਾਰਜ ਉਹ ਵੀ ਪੂਰਾ ਕਰ ਦਿੱਤਾ ਹੈ। ਔਰ ਮੈਂ ਹਰਖ ਭਰਿਓ ਗੁਰ ਧਿਆਵਤ। ਉਸ ਵਕਤ ਇਹ ਵੀ ਮਨ ਦੇ ਅੰਦਰ ਬੜੇ ਚਾਵਾਂ ਦੇ ਸਹਿਤ ਸਤਿਗੁਰੂ ਜੀ ਨੂੰ ਆਪਣੇ ਹਿਰਦੇ ਦੇ ਅੰਦਰ ਬਾਰ-ਬਾਰ ਯਾਦ ਕਰਨ ਲੱਗ ਪਿਆ ਸੀ। ਪੂਰਬ ਦੇਸ਼ ਮੁਖ ਕਰ ਮਗ ਜਾਵਤ। ਪੂਰਬ ਦੀ ਦਿਸ਼ਾ ਦੇ ਵੱਲ ਸਾਰਿਆਂ ਨੇ ਆਪਣੇ ਮੁਖ ਕੀਤੇ ਹੋਏ ਹਨ। ਦੋਹਰਾ ਕੀਰਤ ਪੁਰਤੀ ਸਤਿਗੁਰੂ ਪ੍ਰਥਮ ਸਿਬਰ ਕੋ ਕੀਨ। ਕੀਰਤਪੁਰ ਤੋਂ ਚੱਲ ਕਰਕੇ ਮਹਾਰਾਜ ਨੇ ਆਪਣਾ ਜਿਹੜਾ ਪਹਿਲਾ ਪੜਾ ਰੋਪੜ ਸ਼ਹਿਰ ਦੇ ਵਿੱਚ ਜਾ ਕਰਕੇ ਕੀਤਾ ਸੀ। ਨਿਸਾ ਬਸੇ ਵਿਸ਼ਰਾਮ ਕੈ ਪੁਨ ਪ੍ਰਾਪਤ ਪਹੁੰਚੀਨ। ਰਾਤ ਦੇ ਟਾਈਮ ਸਾਰਿਆਂ ਨੇ ਆਰਾਮ ਕਰ ਲਿਆ। ਜੋ ਹੈ ਇੱਕ ਗੁਰ ਸਿੱਖ ਦਾ ਨਿਤ ਕਰਮ ਪਾਓ ਭਗਤ ਗੁਰਪੁਰਬ ਕਰ ਨਾਮ ਦਾ ਇਸ਼ਨਾਨ ਦੜਾਇਆ। ਬ੍ਰਹਮ ਮੂਰਤ ਦੇ ਸਮੇਂ ਸਾਰੇ ਪ੍ਰੇਮੀ ਸਾਰੀਆਂ ਸੰਗਤਾਂ ਆਪਣੇ ਆਪ ਹੀ ਸਾਵਧਾਨ ਹੋ ਗਈਆਂ ਹਨ। ਚੌਪਈ ਚਲਬੇ ਕਹੋ ਤਿਆਰ ਜਬ ਭਈ। ਜਦੋਂ ਸਤਿਗੁਰੂ ਜੀ ਅਜੇ ਰੋਪੜ ਸ਼ਹਿਰ ਤੋਂ ਅੱਗੇ ਜਾਣ ਦੇ ਲਈ ਤਿਆਰ ਹੋਏ ਸੀ। ਲੰਮੇ ਦੇਸ਼ਨ ਕੇ ਸਿੱਖ ਆਈ। ਲੰਮੇ ਦੇ ਵਿੱਚੋਂ ਬੜੀਆਂ ਸੰਗਤਾਂ ਇਕੱਠੀਆਂ ਹੋ ਕਰਕੇ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਰਾਹ 'ਚ ਹੀ ਆ ਰਹੀਆਂ ਸਨ। ਮਸਤਕ ਟੇਕਤ ਅਰਜ ਗੁਜਾਰੀ। ਇੱਕ ਦੋ ਪ੍ਰੇਮੀ ਉਹਨਾਂ ਨੇ ਪਹਿਲਾਂ ਹੀ ਜਗ ਦੇ ਮਾਲਕ ਦੇ ਚਰਨਾਂ ਦੇ ਵਿੱਚ ਪੈ ਦਿੱਤੇ ਸਨ। ਜਦੋਂ ਨਿੱਕੇ ਨਿੱਕੇ ਕੋਮਲ ਚਰਨਾਂ 'ਤੇ ਪਹਿਲਾਂ ਇਹਨਾਂ ਨੇ ਆ ਕਰਕੇ ਆਪਣਾ ਮੱਥਾ ਟੇਕਿਆ। ਗੁਰ ਸਿੱਖ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਖੜੇ ਹੋ ਗਏ ਹਨ। ਗੁਰ ਜੀ ਸੰਗਤ ਆਬਤ ਭਾਰੀ। ਗਰੀਬਨ ਵਾਸ ਸੱਚੇ ਪਾਤਸ਼ਾਹ ਬੜੀ ਦੂਰੋਂ ਲੰਮੇ ਦੇ ਇਲਾਕੇ ਦੇ ਵਿੱਚੋਂ ਬੜੀਆਂ ਸੰਗਤਾਂ ਆਪ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਦਰਸ਼ਨ ਕਰ ਸਿੱਖ ਜੀ ਘਰ ਜਾਤੀ। ਜਿਹੜੇ ਜਿਹੜੇ ਗੁਰ ਸਿੱਖ ਪ੍ਰੇਮੀ ਆਪ ਜੀ ਦਾ ਦਰਸ਼ਨ ਕਰਕੇ ਘਰਾਂ ਨੂੰ ਵਾਪਸ ਮੁੜ ਗਏ ਹਨ। ਤਿਨੋ ਸੁਨਾਬਨ ਕੀਨੀ ਬਾतें। ਉਹਨਾਂ ਨੇ ਮੇਰੇ ਵਾਰਤਾ ਅੱਗੇ ਤੋਂ ਅੱਗੇ ਸੰਗਤਾਂ ਦੇ ਵਿੱਚ ਦੱਸ ਦਿੱਤੀ ਵੀ ਬਾਲਾ ਪ੍ਰੀਤਮ ਥੋੜ੍ਹੇ ਦਿਨਾਂ ਦੇ ਅੰਦਰ ਅੰਦਰ ਸ਼ਾਇਦ ਦਿੱਲੀ ਸ਼ਹਿਰ ਦੇ ਵਿੱਚ ਵੀ ਜਾ ਸਕਦੇ ਹਨ। ਸਤਿਗੁਰ ਹੈ ਤਿਆਰ ਉਤ ਜਾਨੀ। ਸਤਿਗੁਰੂ ਜੀ ਤਾਂ ਦਿੱਲੀ ਦੀਆਂ ਸੰਗਤਾਂ ਨੂੰ ਦੀਦਾਰ ਬਖਸ਼ਣ ਵਾਸਤੇ ਆਪਣੀਆਂ ਤਿਆਰੀਆਂ
ਕਰਨ ਲੱਗ ਪਏ ਹਨ। ਸੁਨ ਕਰ ਮਾਰਗ ਅਦਕ ਭਿਆਨੀ। ਸੱਚੇ ਪਾਤਸ਼ਾਹ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਆਪ ਜੀ ਦਾ ਦੀਦਾਰ ਕਰਨ ਦੇ ਲਈ ਬੜਾ ਚਾਅ, ਬੜਾ ਉਤਸ਼ਾਹ ਪੈਦਾ ਹੋ ਗਿਆ ਸੀ ਵੀ ਹੁਣ ਤਾਂ ਆਪਣੇ ਪਾਸ ਟਾਈਮ ਹੈ। ਕੀਰਤਪੁਰ ਦੇ ਵਿੱਚ ਜਾਣਾ ਆਪਾਂ ਨੂੰ ਬੜਾ ਸੌਖਾ ਹੀ ਹੈ। ਦਿੱਲੀ ਸ਼ਹਿਰ ਤਾਂ ਆਪਣੇ ਇਲਾਕੇ ਤੋਂ ਦੇਖ ਲਓ ਕਿਤਨੀ ਦੂਰੀ ਤੈਅ ਪੈ ਜਾਏਗਾ। ਗੁਰ ਸਿੱਖਾਂ ਦੇ ਪਾਸੋਂ ਸੁਣ ਕਰਕੇ ਉਹਨਾਂ ਨੇ ਆਪਣੀ ਤਿਆਰੀ ਕਰ ਲਈ ਸੀ। ਸ਼ਰਾਮਤ ਭਏ ਜਹ ਗਮਨਿਓ ਜਾਈ। ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਮਜ਼ਲਾਂ ਕਰਦਿਆਂ ਹੋਇਆਂ ਭਾਵੇਂ ਸੰਗਤ ਨੂੰ ਥਕਾਵਟ ਤਾਂ ਬੜੀ ਹੋ ਜਾਂਦੀ ਹੈ, ਪਰ ਫਿਰ ਵੀ ਕਿਸੇ ਨੇ ਮਨ ਦੇ ਵਿੱਚ ਪਰਵਾਹ ਨਹੀਂ ਕੀਤੀ ਹੈ। ਦਰਸ਼ ਲਾਲਸਾ ਹਿਰਦੈ ਵਧਾਈ। ਦਰਸ ਲਾਲਸਾ ਹਿਰਦੈ ਵਧਾਈ। ਇੱਕ ਦਰਸ਼ਨ ਕਰਨ ਦੀ ਲਾਲਸਾਈ ਉਹਨਾਂ ਦੇ ਹਿਰਦੇ ਦੇ ਅੰਦਰ ਇਤਨੀ ਵੱਧ ਚੁੱਕੀ ਹੈ, ਨਾ ਉਹਨਾਂ ਨੂੰ ਕੋਈ ਖੇਚਲ, ਨਾ ਰਸਤੇ ਦੀ ਥਕਾਵਟ ਦੇ ਬਾਰੇ ਕੋਈ ਵੀ ਆਪਣੇ ਮਹਿਸੂਸ ਨਹੀਂ ਹੁੰਦਾ ਸੀ। ਇਸਤਰੀ ਪੁਰਖ ਬ੍ਰਿਧ ਗਨ ਬਾਲ। ਮਹਾਰਾਜ ਸੰਗਤਾਂ ਦੇ ਵਿੱਚ ਛੋਟੀ ਉਮਰ ਦੇ ਬੱਚੇ, ਜਵਾਨ, ਇਸੇ ਤਰ੍ਹਾਂ ਵੱਡੀਆਂ ਵੱਡੀਆਂ ਉਮਰਾਂ ਵਾਲੇ ਗੁਰ ਸਿੱਖ ਵੀ ਚੱਲ ਕਰਕੇ ਆਏ ਹਨ। ਆਬਤ ਚਾਲੀ ਸ਼ਰਮਤ ਵਿਸਾਲ। ਇਸੇ ਤਰ੍ਹਾਂ ਬਹੁਤ ਸਾਰੀਆਂ ਨਿੱਕੀਆਂ ਬੱਚੀਆਂ ਮਾਤਾਵਾਂ ਉਹ ਵੀ ਦਰਸ਼ਨ ਕਰਨ ਦੇ ਲਈ ਸੰਗਤਾਂ ਦੇ ਵਿੱਚ ਹੀ ਆ ਰਹੀਆਂ ਹਨ। ਸਭ ਮਿਲ ਹਮਕੋ ਪਠਿਓ ਅਗਾਰੀ। ਸਾਰਿਆਂ ਨੇ ਰਲ ਮਿਲ ਕਰਕੇ ਪਹਿਲਾਂ ਸਾਨੂੰ ਅੱਗੇ ਭੇਜ ਦਿੱਤਾ ਹੈ। ਦਰਸ਼ ਦੇਹੋ ਗੁਰ ਥਿਰਤਾ ਵੀ ਧਾਰੀ। ਜਾ ਕਰਕੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੋ, ਥੋੜਾ ਟਾਈਮ ਸਤਿਗੁਰੂ ਜੀ ਜੇ ਉਸ ਥਾਂ 'ਤੇ ਰੁਕ ਜਾਣ, ਸਾਨੂੰ ਫਿਰ ਉੱਥੇ ਮਹਾਰਾਜ ਦੇ ਦਰਸ਼ਨ ਹੋ ਜਾਣੇ ਹਨ। ਨਿਜ ਸੰਗਤ ਪਰ ਕਰੁਣਾ ਕੀਜੈ। ਇਹ ਗਰੀਬਾਂ ਨੂੰ ਨਿਵਾਜਣ ਵਾਲੇ ਬਾਲਾ ਪ੍ਰੀਤਮ ਆਪ ਨੇ ਹੀ ਸੰਗਤਾਂ ਦੇ ਉੱਪਰ ਬੜੀ ਹੋ ਜੀ ਰਹਿਮਤ ਕਰਨੀ ਹੈ। ਮਗ ਵਿਸਾਲ ਆਈ ਲਖ ਲੀਜੈ। ਬਹੁਤ ਵੱਡਾ ਜਿਹੜਾ ਹੈ ਸਫ਼ਰ ਤੈਅ ਕਰਕੇ ਲੰਮੇ ਇਲਾਕੇ ਦੇ ਵਿੱਚੋਂ ਚੱਲ ਕਰਕੇ ਆਏ ਹਨ। ਚਲਤਿਓ ਮਿਲਿਓ ਜਾਏ ਨਹਿ ਕਿਉ ਹੋ। ਜੇਕਰ ਆਪ ਨੇ ਇੱਥੋਂ ਡੇਰਾ ਗੇ ਕੂਚ ਕਰ ਦਿੱਤਾ, ਫਿਰ ਚਲਦਿਆਂ ਚਲਦਿਆਂ ਤਾਂ ਸਾਡਾ ਵੀ ਆਪ ਜੀ ਦੇ ਨਾਲ ਰਲਣਾ ਬੜਾ ਔਖਾ ਹੋ ਜਾਣਾ ਹੈ। ਉਤ ਲਾਭਤ ਚਾਲਤ ਮਗ ਜਿਉ ਹੋ। ਪਰ ਜਿਹੜੇ ਪ੍ਰੇਮੀ ਉਹ ਰਸਤੇ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਆਪ ਦੇ ਵੱਲ ਆ ਰਹੇ ਹਨ। ਸੰਗਤ ਥਕਤ ਜਾਨ ਥਿਰ ਰਹੀ ਹੈ। ਸੰਗਤਾਂ ਦੇ ਸਰੀਰ ਨੂੰ ਬੜੀ ਖੇਚਲ, ਬੜੀ ਥਕਾਵਟ ਵੀ ਮਾਰਗ ਦੇ ਵਿੱਚ ਹੋ ਚੁੱਕੀ ਹੈ। ਬਿਰਧ ਸਹਾਇਕ ਸੇਵਕ ਲਹੀ ਹੈ। ਆਪ ਦਾ ਸੇਵਕਾਂ ਦੀ ਸਹਾਇਤਾ ਕਰਨੀ ਬਿਰਧ ਸਵਾਏ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ। ਸ਼੍ਰੀ ਹਰਿ ਕ੍ਰਿਸ਼ਨ ਗੁਰੂ ਗਤ ਦਾਨੀ। ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਦਾਤੇ ਨੇ ਜਦੋਂ ਆਪਣੇ ਗੁਰ ਸਿੱਖਾਂ ਦੀ ਬੇਨਤੀ ਸੁਣ ਲਈ ਸੀ। ਸੁਨ ਸੰਗਤ ਕੀ ਬਿਨੈ ਮਹਾਨੀ। ਦੇਖਿਆ ਵੀ ਮੇਰੇ ਪਿਆਰੇ ਕਿਵੇਂ ਇੱਕ ਪਿਆਰ ਦੇ ਵਿੱਚ ਬੱਧੇ ਹੋਏ ਵੱਡੀਆਂ ਵੱਡੀਆਂ ਵਿਚਾਰੇ ਮਜ਼ਲਾ ਕਰ ਰਹੇ ਹਨ। ਭਾਈ ਥਕਤ ਥਿਰਤਾ ਕਹੋ ਧਾਰੀ। ਸੰਗਤਾਂ ਦੀ ਖੇਚਲ ਥਕਾਵਟ ਨੂੰ ਮਹਿਸੂਸ ਕਰਦੇ ਹੋਇਆ ਮਹਾਰਾਜ ਨੇ ਆਪਣਾ ਜੇ ਡੇਰਾ ਇੱਥੇ ਹੀ ਰੋਕ ਲਿਆ ਸੀ। ਜੀਤ ਕਾਮਨਾ ਸੰਗਤ ਪਿਆਰੀ। ਸਤਿਗੁਰੂ ਜੀ ਆਪਣੇ ਪਿਆਰਿਆਂ ਦੀਆਂ ਤਮਾਮ ਕਾਮਨਾ ਵੀ ਸਦਾ ਵਾਸਤੇ ਪੂਰੀਆਂ ਕਰਦੇ ਹੀ ਰਹਿੰਦੇ ਹਨ। ਤੇਠਾਂ ਰਾਖਿਓ ਸਿਬਰ ਮੁਕਾਮ। ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਆਪਣਾ ਜਿਹੜਾ ਡੇਰਾ ਉੱਥੇ ਹੀ ਟਿਕਾ ਕਰਕੇ ਰੱਖਿਆ ਹੋਇਆ ਸੀ। ਬਾਲ ਆਰਬਲ ਗੁਣ ਗਨ ਧਾਮ। ਸਰੀਰ ਦੀ ਅਵਸਥਾ ਭਾਵੇਂ ਬਾਲਕਿਆਂ ਦੇ ਸਮਾਨ ਹੈ, ਪਰ ਗੁਣ ਧਾਮ ਹਿਰਦੇ ਦੇ ਅੰਦਰ ਬੜੇ ਦੇਵੀ ਗੁਣ ਉਸੇ ਤਰ੍ਹਾਂ ਭਰੇ ਹੋਏ ਹਨ। ਅਗਲੇ ਦਿਵਸ ਸੰਗਤਾਂ ਆਈ। ਅਗਲੇ ਦਿਨ ਸਾਜਰੇ ਸਾਰੇ ਪ੍ਰੇਮੀ
ਮਹਾਰਾਜ ਦੇ ਪਾਸ ਪਹੁੰਚ ਗਏ ਹਨ। ਰਿਖਤ ਧੀਨ ਜਾਨਾ ਜਲ ਹਿਤ ਧਾਈ। ਜਿਵੇਂ ਕਹਿੰਦੇ ਪਿਆਸ ਦੀ ਤੰਗ ਕੀਤੀ ਹੋਈ ਗਾਂ ਪਾਣੀ ਪੀਣ ਵਾਸਤੇ ਕਦੇ ਇੱਧਰ ਕਦੇ ਉੱਧਰ ਫੜਾ ਦੌੜਿਆ ਕਰਦੀ ਹੈ। ਬੈਠੇ ਸਤਿਗੁਰ ਲਾਏ ਦੀਵਾਨ। ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਬੜਾ ਆਪਣਾ ਜਿਹੜਾ ਰੂਹਾਨੀ ਸੁੰਦਰ ਦੀਵਾਨ ਸਜਾ ਕਰਕੇ ਬੈਠ ਗਏ ਹਨ। ਦਰਸ਼ਨ ਸੰਗਤ ਬੰਧਨ ਠਾਨ। ਗੌਰ ਸਿੱਖ ਜੋ ਵੀ ਮਾਈ ਔਰ ਭਾਈ ਚੱਲ ਕਰਕੇ ਆਈ ਸੀ ਉਹ ਆਪੋ ਆਪਣੀ ਬਾਰੀ ਦੇ ਮੁਤਾਬਕ ਦਰਸ਼ਨ ਕਰਨ ਲੱਗ ਪਏ ਹਨ। ਅਨ ਕੋ ਪਾਇਨ ਕੋ ਹਰ ਪਾਵੈ। ਅਨੇਕ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਲੱਗ ਪਏ ਹਨ। ਹੋਏ ਟਾਂਡੀ ਅਰਦਾਸ ਕਰਾਵੈ। ਗੌਰ ਸਿੱਖਾਂ ਨੇ ਖੜਿਆਂ ਹੋ ਕੇ ਆਪੋ ਆਪਣੀਆਂ ਜਿਹੜੀਆਂ ਅਰਦਾਸਾਂ ਮੇਵੜੇ ਦੇ ਪਾਸੋਂ ਕਰਵਾ ਦਿੱਤੀਆਂ ਹਨ। ਹਮ ਕੀ ਮੋਹਿ ਕਾਮਨਾ ਪੂਰੀ। ਗੌਰਮੁਖ ਆਪਣੀ ਰਸਨਾ ਤੋਂ ਕਹਿੰਦੇ ਨੇ ਸੱਚੇ ਪਾਤਸ਼ਾਹ ਆਪਨੇ ਤਾਂ ਮੇਰੀ ਫਲਾਣੀ ਕਾਮਨਾ ਆਪਣੇ ਆਪ ਹੀ ਪੂਰੀ ਕਰ ਦਿੱਤੀ ਹੈ। ਕੋ ਕਹਿ ਕਰੀ ਬਿਗਨ ਗਨ ਦੂਰੀ। ਕਈ ਕਹਿੰਦੇ ਨੇ ਸੱਚੇ ਪਾਤਸ਼ਾਹ ਜਦੋਂ ਮੈਂ ਆਪ ਜੀ ਨੂੰ ਮਨ ਦੇ ਵਿੱਚ ਕੀਤਾ ਯਾਦ ਮੇਰਾ ਤਾਂ ਵੱਡੇ ਵੱਡੇ ਬੇਗਨ ਆ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਆਪ ਜੀ ਨੇ ਨਾਸ ਕਰ ਦਿੱਤਾ ਸਨ। ਕੋ ਕਹਿ ਸਤਿਗੁਰ ਮੁਝ ਸੁਤ ਦੀਜੇ। ਕਈਆਂ ਨੇ ਪੁੱਤਾਂ ਦੀ ਦਾਤ ਪ੍ਰਾਪਤ ਕਰਨ ਵਾਸਤੇ ਵੀ ਆਪਣੇ ਵੱਲੋਂ ਬੇਨਤੀਆਂ ਕੀਤੀਆਂ ਹਨ। ਕੋ ਕਹਿ ਮਮ ਧਨ ਧਾਮ ਪਰੀਜੇ। ਕਈ ਆਪਣੇ ਘਰ ਦੀ ਜਿਹੜੀ ਹੈ ਗਰੀਬੀ ਹੈ ਕੰਗਾਲੀ ਹੈ ਦਲਿਦਰੀ ਨੂੰ ਦੂਰ ਕਰਨ ਵਾਸਤੇ ਮਹਾਰਾਜ ਦੇ ਅੱਗੇ ਬੇਨਤੀਆਂ ਮੇਵਣਿਆਂ ਦੇ ਪਾਸੋਂ ਕਰਵਾਉਂਦੇ ਹਨ। ਕੋ ਕਹਿ ਤਨ ਕੋ ਕਸ਼ਟ ਬਿਦਾਰ ਹੋ। ਕਈ ਪ੍ਰੇਮੀਆਂ ਨੇ ਆਪਣੇ ਸਰੀਰ ਦੀਆਂ ਬਿਮਾਰੀਆਂ ਵਿਆਧੀਆਂ ਨਾਸ ਕਰਵਾਉਣ ਦੇ ਲਈ ਵਾਰ-ਵਾਰ ਬਾਲਾ ਪ੍ਰੀਤਮ ਦੇ ਅੱਗੇ ਹੱਥ ਜੋੜੇ ਸਨ। ਪਰ ਆ ਜਿਹੜੇ ਮਾੜੇ ਮੋਟੇ ਦੁੱਖ ਮਾੜੀਆਂ ਮੋਟੀਆਂ ਬਿਮਾਰੀਆਂ ਤਾਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕਰਨ ਦੇ ਨਾਲ ਹੀ ਦੂਰ ਹੋ ਜਾਂਦੀਆਂ ਸਨ। ਕੋ ਕਹਿ ਸ਼ਤਰੂ ਗਨ ਨਿਰਵਾਰ ਹੋ। ਕਈਆਂ ਨੇ ਆਪਣੇ ਜਿਹੜੇ ਵਧੇ ਹੋਏ ਦੁਸ਼ਮਣ ਬੈਰੀ ਉਹਨਾਂ ਦਾ ਮੂੰਹ ਮੋੜਨ ਦੇ ਲਈ ਬੇਨਤੀ ਕੀਤੀ ਹੈ। ਅਨਕ ਕਾਮਨਾ ਇਸਤਿਆਦ। ਇਤਿਆਦ ਜੋ ਵੀ ਕਿਸੇ ਦੇ ਮਨ ਦੇ ਵਿੱਚ ਇੱਛਾ ਕਾਮਨਾ ਧਾਰਨ ਕੀਤੀ ਹੋਈ ਸੀ ਜਾਚਤ ਗੁਰ ਤੇ ਉਰ ਅਹਲਾਦ। ਚਿੱਤ ਦੇ ਅੰਦਰ ਬੜੀ ਪ੍ਰਸੰਨਤਾ ਨੂੰ ਧਾਰਨ ਕਰਕੇ ਮਹਾਰਾਜ ਦੇ ਪਾਸੋਂ ਬੜੇ ਹੋ ਜੇ ਪਦਾਰਥ ਬੜੀਆਂ ਆਪੋ ਆਪਣੀਆਂ ਮੰਗਾਂ ਨੂੰ ਮੰਗ ਰਹੇ ਹਨ। ਧਰ ਧਰ ਹਿਰਦੇ ਕਾਮਨਾ ਜੈਸੀ। ਜੋ ਵੀ ਕਿਸੇ ਨੇ ਜਿਉ ਜੀ ਹਿਰਦੇ ਦੇ ਅੰਦਰ ਕਾਮਨਾ ਇੱਛਾ ਧਾਰਨ ਕੀਤੀ ਹੋਈ ਸੀ ਦਰਸ਼ਨ ਸਤਿਗੁਰ ਪੂਰਹਿ ਤੈਸੀ। ਦਰਸ਼ਨ ਕਰਨ ਦੇ ਲਈ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕਾਮਨਾ ਬਾਲਾ ਪ੍ਰੀਤਮ ਪੂਰੀਆਂ ਕਰ ਦਿੰਦੇ ਹਨ। ਸਤ ਨਾਮ ਕਹਿ ਜਾਚਤ ਕੋਈ। ਵੱਡੇ ਭਾਗਾਂ ਵਾਲਿਆਂ ਨੇ ਆ ਕਰਕੇ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਇੱਕ ਨਾਮ ਦੀ ਦਾਤ ਵੀ ਪ੍ਰਾਪਤ ਕੀਤੀ ਹੈ। ਪਦ ਪੰਕਜ ਪ੍ਰੇਮੀ ਉਰ ਜੋਈ। ਪਰ ਮੰਗਦੇ ਉਹੀ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਅਗਰ ਕਿਸੇ ਦੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਮਿਲਣ ਦੀ ਪਿਆਸਾ ਪੈਦਾ ਹੋ ਗਈ ਉਹ ਫਿਰ ਸਤਿਗੁਰੂ ਜੀ ਦੇ ਚਰਨਾਂ 'ਚੋਂ ਜਿਹੜੀ ਹੈ ਨਾਮ ਜਪਣ ਦੀ ਜੁਗਤੀ ਢੰਗ ਤਰੀਕਾ ਉਹ ਵੀ ਪੁੱਛ ਰਹੇ ਹਨ। ਸ੍ਰੀ ਹਰਿ ਕ੍ਰਿਸ਼ਨ ਕਿਰਪਾ ਜੁਤ ਦੀਖ। ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹਦੇ ਵੱਲ ਵੀ ਇੱਕ ਵਾਰੀ ਆਪਣੀ ਮਿਹਰਾਂ ਭਰੀ ਦ੍ਰਿਸ਼ਟੀ ਪਾ ਕੇ ਤੱਕ ਲੈਂਦੇ ਹਨ। ਦਾਸਨ ਬਾਂਚਤ ਦਿਹ ਅਸ਼ੀਖ। ਸਾਰਿਆਂ ਨੂੰ ਫਿਰ ਮਹਾਰਾਜ ਮਨ ਇੱਛਤ ਪਦਾਰਥ ਹੀ ਬਖਸ਼ ਦਿੰਦੇ ਨੇ। ਜਤਾ ਜੋਗ ਦੀਨੋ ਸਿਰੋ ਪਾਈ। ਜਿਹੜੇ
ਸੰਗਤਾਂ ਦੇ ਵਿੱਚ ਵੱਡੇ ਵੱਡੇ ਮੁਖੀ ਜਾਂ ਫਿਰ ਉਸ ਇਲਾਕੇ ਦੇ ਪ੍ਰਬੰਧਕ ਚੱਲ ਕਰਕੇ ਆਏ ਸੀ। ਬਾਲਾ ਪ੍ਰੀਤਮ ਨੇ ਪੁਰਾਤਨ ਮਰਜ਼ਾਦਾ ਨੂੰ ਬਰਕਰਾਰ ਰੱਖਦਿਆਂ ਹੋਏ ਆਪਣੇ ਵੱਲੋਂ ਉਹਨਾਂ ਨੂੰ ਬੜੇ ਅਦਬ ਸਤਿਕਾਰ ਦੇ ਸਹਿਤ ਸਿਰੋਂ ਪਾਉ ਵੀ ਬਖਸ਼ ਦਿੱਤੇ ਹਨ। ਪਾਈ ਪ੍ਰਸ਼ਾਦ ਧਰਹਿ ਔਰ ਭਾਈ। ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਕਰਕੇ ਨਾ ਉਹਨਾਂ ਦੇ ਮਨ ਦੇ ਅੰਦਰ ਬੜੀਆਂ ਖੁਸ਼ੀਆਂ, ਬੜੇ ਜਿਹੜੇ ਖੇੜਾ ਪੈਦਾ ਹੋ ਜਾਂਦੇ ਹਨ। ਸੰਗਤ ਬਿਦਾ ਕੀਨ ਸਮਦਾਊ। ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੇ ਪ੍ਰੇਮੀ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਫਿਰ ਵਧਾਇਗੀ ਵੀ ਆਪਣੇ ਵੱਲੋਂ ਬਖਸ਼ ਦਿੱਤੀ ਹੈ। ਸਾਦਰ ਸਭ ਕੋ ਰਖ ਕਰ ਪਾਊ। ਸਾਰੇ ਗੁਰ ਸਿੱਖਾਂ ਦਾ, ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਜਿਹੜਾ ਵੀ ਸੰਗਤ ਦੇ ਨਾਲ ਚੱਲ ਕਰਕੇ ਆਇਆ ਸੀ, ਸਾਰਿਆਂ ਦਾ ਆਪਣੇ ਵੱਲੋਂ ਬੜਾ ਅਦਬ ਸਤਿਕਾਰ ਕੀਤਾ ਹੈ। ਆਪ ਗੁਰੂ ਪੂਰਬ ਮੁਖ ਕੀਨਾ। ਆਪ ਬਾਲਾ ਪ੍ਰੀਤਮ ਨੇ ਆਪਣਾ ਜਿਹੜਾ ਨੂਰਾਨੀ ਚਿਹਰਾ ਪੂਰਬ ਦੀ ਦਿਸ਼ਾ ਦੇ ਵੱਲ ਕੀਤਾ ਹੋਇਆ ਸੀ। ਪਹੁੰਚਨ ਹਿਤ ਪੁਰ ਮਾਰਗ ਲੀਨਾ। ਆਪ ਦੀਨ ਦੁਨੀਆ ਦੇ ਮਾਲਕ ਦਿੱਲੀ ਸ਼ਹਿਰ ਦੇ ਵਿੱਚ ਪਹੁੰਚਣਾ ਚਾਹੁੰਦੇ ਹਨ। ਤਿਸ ਦਿਨ ਗਮਨੇ ਗਏ ਅਗਾਰੀ। ਉਸ ਦਿਨ ਹੀ ਫਿਰ ਮਹਾਰਾਜ ਨੇ ਆਪਣਾ ਜਿਹੜਾ ਡੇਰਾ ਅੱਗੇ ਨੂੰ ਕੂਚ ਕਰ ਦਿੱਤਾ ਸੀ। ਕੀਨਹੁ ਸਿਬਰ ਨਿਸਾ ਸੁਖ ਭਾਰੀ। ਜਿੱਥੇ ਪੈ ਗਈ ਰਾਤ, ਚੰਗੀ ਸੋਹਣੀ ਜਗ੍ਹਾ ਦੇ ਉੱਪਰ ਪ੍ਰੇਮੀਆਂ ਨੇ ਡੇਰੇ ਲਗਾ ਦਿੱਤੇ ਹਨ। ਖਾਨ ਪਾਨ ਕਰ ਸੁਪਤੇ ਸਭ ਹੂੰ। ਰਾਤ ਦੇ ਟਾਈਮ 'ਤੇ ਸਾਰੀਆਂ ਸੰਗਤਾਂ ਨੂੰ ਮਹਾਰਾਜ ਨੇ ਲੰਗਰ ਪਾਣੀ ਵੀ ਛਕਾ ਕਰਕੇ ਤ੍ਰਿਪਤ ਕਰ ਦਿੱਤਾ ਸੀ। ਭਈ ਪ੍ਰਭਾਤ ਤਿਆਰ ਪੇ ਤਬ ਹੂੰ। ਪਾਓ ਫਟਾਲੇ ਦੇ ਨਾਲ ਫਿਰ ਉਸੇ ਤਰ੍ਹਾਂ ਬਾਲਾ ਪ੍ਰੀਤਮ ਇਸ ਥਾਂ ਤੋਂ ਅੱਗੇ ਨੂੰ ਚੱਲ ਪਏ ਹਨ। ਰੋਪੜ ਤੋਂ ਅੱਗੇ ਕਰਾਲੀ ਸ਼ਹਿਰ ਵੀ ਆਉਂਦਾ ਹੈ, ਫਿਰ ਖਰੜ ਹੈ, ਬਨੂੜ ਹੈ। ਇਹਨਾਂ ਸ਼ਹਿਰਾਂ ਦੇ ਵਿੱਚੋਂ ਦੀ ਸਤਿਗੁਰੂ ਜੀ ਅੱਗੇ ਨੂੰ ਜਾ ਰਹੇ ਹਨ। ਮਾਰਗ ਚਲੇ ਜਾਹੇ ਸਮੁਦਾਈ। ਸਾਰੀਆਂ ਸੰਗਤਾਂ ਬੜੇ ਸੁੱਖ ਦੇ ਨਾਲ ਰਸਤੇ ਦੇ ਵਿੱਚ ਜਾ ਰਹੀਆਂ ਹਨ। ਜਗ ਗੁਰ ਕੋ ਬੰਧ ਹੈ ਜਿਤ ਜਾਈ। ਜਿਸ ਇਲਾਕੇ ਦੇ ਵਿੱਚ ਬਾਲਾ ਪ੍ਰੀਤਮ ਜਾਂਦੇ ਨੇ, ਉਸੇ ਬਾਤ ਆਲੇ ਦੁਆਲੇ ਜਿੱਥੇ ਵੀ ਸੰਗਤਾਂ ਨੂੰ ਪਤਾ ਲੱਗ ਜਾਂਦਾ ਹੈ, ਸਾਰੇ ਆ ਕਰਕੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਦੇ ਹਨ। ਤਿਸ ਦਿਨ ਪੁਨਹ ਸਿੱਖ ਕੁਛ ਆਈ। ਅਗਲੇ ਦਿਨ ਹੋਰ ਬਹੁਤ ਸਾਰੇ ਜਿਹੜੇ ਗੁਰਮੁਖ ਮਹਾਰਾਜ ਦੇ ਪਾਸ ਚੱਲ ਕਰਕੇ ਪਹੁੰਚ ਗਏ ਨੇ। ਬੰਦਤ ਪਾਇਨ ਬਾਕ ਸੁਨਾਈ। ਅਜੇ ਸਤਿਗੁਰੂ ਜੀ ਕੁਰਾਲੀ ਤੋਂ ਖਰੜ ਇਹਨਾਂ ਸ਼ਹਿਰਾਂ ਦੇ ਵਿੱਚ ਹੀ ਜਾ ਰਹੇ ਸੀ। ਇਹ ਵੀ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਹਾਜ਼ਰ ਹੋ ਗਏ ਹਨ। ਕਾਬਲ ਅਰਬ ਚੌਰ ਕਸ਼ਮੀਰ। ਸੱਚੇ ਪਾਤਸ਼ਾਹ ਗਰੀਬ ਨਵਾਜ, ਕਾਬਲ ਹੈ, ਕੰਧਾਰ ਹੈ, ਪਿਸ਼ੌਰ, ਕਸ਼ਮੀਰ ਦੇ ਇਲਾਕੇ ਦੇ ਵਿੱਚੋਂ ਬੜੀਆਂ ਸੰਗਤਾਂ ਇਕੱਠੀਆਂ ਹੋ ਕੇ ਰਾਹ ਦੇ ਵਿੱਚ ਆ ਰਹੀਆਂ ਹਨ। ਇਤਿਆਦਿਕ ਦੇਸ਼ਨ ਨਰ ਭੀਰ। ਇਹਨਾਂ ਦੇਸ਼ਾਂ, ਇਹਨਾਂ ਇਲਾਕਿਆਂ ਦੇ ਵਿੱਚੋਂ ਪ੍ਰੇਮੀਆਂ ਦੀ ਬਹੁਤ ਜ਼ਿਆਦਾ ਇੱਕ ਜਿਹੜੀ ਭੀੜ ਇਕੱਠੀ ਹੋ ਗਈ ਹੈ। ਸੰਗਤ ਆਬਤ ਕਈ ਹਜ਼ਾਰ। ਸੱਚੇ ਪਾਤਸ਼ਾਹ ਇਹ ਗਰੀਬਾਂ ਨੂੰ ਨਿਵਾਜਣ ਵਾਲੇ ਕਈ ਹਜ਼ਾਰ ਦੀ ਗਿਣਤੀ ਦੇ ਵਿੱਚ ਸੰਗਤਾਂ ਕਾਬਲ ਹੈ, ਕੰਧਾਰ ਹੈ, ਆ ਜੰਮੂ ਹੈ, ਕਸ਼ਮੀਰ ਹੈ, ਇਹਨਾਂ ਰਿਆਸਤਾਂ ਦੇ ਵਿੱਚੋਂ ਅੱਗੇ ਤੋਂ ਅੱਗੇ ਆ ਰਹੀਆਂ ਹਨ। ਦਰਸ਼ਨ ਰਾਬਰ ਚਾਹੇ ਉਦਾਰ। ਸਾਰੇ ਪ੍ਰੇਮੀ ਆਪ ਦਾ ਜਿਹੜਾ ਦੀਦਾਰ ਰਾਹ ਦੇ ਵਿੱਚ ਹੀ ਕਰਨਾ ਚਾਹੁੰਦੇ ਹਨ। ਲਾਗਵ ਕਰਤ ਪੰਥ ਮੈਂ ਆਵਤ। ਸੰਗਤਾਂ ਰਸਤੇ ਦੇ ਵਿੱਚ ਵੀ ਬੜੀ ਤੇਜ਼ੀ ਦੇ ਨਾਲ ਅੱਗੇ ਨੂੰ ਤੁਰੀਆਂ ਆ ਰਹੀਆਂ ਨੇ। ਵੀ ਸਤਿਗੁਰੂ ਜੀ ਕਿਤੇ ਸਾਤੋਂ ਜ਼ਿਆਦਾ ਅੱਗੇ ਦਿੱਲੀ ਸ਼ਹਿਰ ਦੇ ਵਿੱਚ ਵੱਲ ਨਾ ਚਲੇ ਜਾਣ,
ਇਸੇ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਲਦੀ ਪਹੁੰਚਣ ਦੇ ਲਈ ਬੜੀ ਕਾਹਲ ਵੀ ਲੱਗੀ ਹੋਈ ਹੈ। ਸੁਣੀ ਤੁਮਾਰੀ ਸੁਧ ਉਤ ਜਾਵਤ, ਜਦੋਂ ਕਾਬਲ, ਕੰਧਾਰ, ਜੰਮੂ ਕਸ਼ਮੀਰ ਦੇ ਵਿੱਚ ਇਸ ਵਾਰਤਾ ਦਾ ਗੁਰ ਸਿੱਖਾਂ ਨੂੰ ਪਤਾ ਲੱਗ ਚੁੱਕਿਆ ਸੀ। ਜਾਂ ਤੇ ਮਾਰਗ ਚਲ ਹੈ ਵਿਸਾਲਾ, ਇਸੇ ਕਰਕੇ ਉਹ ਤਾਂ ਪਹਿਲਾਂ ਹੀ ਵੱਡੀਆਂ ਵੱਡੀਆਂ ਜਿਹੜੀਆਂ ਮਜ਼ਲਾਂ ਆਪਣੀਆਂ ਤੈਅ ਕਰਨੀਆਂ ਚਾਹੁੰਦੇ ਹਨ। ਇੱਕ ਦਿਨ ਟਿਕੋ ਮਿਲਹਿ ਤੁਮ ਨਾਲਾ, ਸੱਚੇ ਪਾਤਸ਼ਾਹ ਜੈ ਇੱਕ ਦਿਨ ਇੱਥੇ ਆਪਣਾ ਡੇਰਾ ਲਗਾ ਲਵੋਗੇ। ਸਾਰੀਆਂ ਸੰਗਤਾਂ ਨੇ ਆਪ ਜੀ ਦੇ ਦਰਸ਼ਨ ਕਰ ਲੈਣੇ ਹਨ। ਸੁਨ ਸਤਿਗੁਰ ਪੁਨ ਕੀਨ ਮੁਕਾਮੋ, ਸੋਣ ਕਰਕੇ ਬਾਲਾ ਪ੍ਰੀਤਮ ਨੇ ਇੱਥੇ ਹੀ ਆਪਣਾ ਡੇਰਾ ਲਗਾਉਣ ਦੇ ਲਈ ਵਿਚਾਰ ਬਣਾ ਲਈ ਸੀ। ਲਖ ਸੰਗਤ ਕੋ ਪ੍ਰੇਮ ਪਿਰਾਮੋ, ਸੰਗਤਾਂ ਦੇ ਮਨ ਦਾ ਜਿਹੜਾ ਪ੍ਰੇਮ ਹੈ ਪਿਆਰਾ ਉਹ ਤਾਂ ਸਤਿਗੁਰੂ ਆਪ ਜੀ ਆਪ ਹੀ ਖੁਦ ਜਾਣਨ ਵਾਲੇ ਹਨ। ਕਰਤ ਪ੍ਰਤੀਛਨ ਦਰਸ਼ਨ ਦੇਨ, ਹੁਣ ਸੰਗਤਾਂ ਨੂੰ ਦਰਸ਼ਨ ਦੇਣ ਦੇ ਲਈ ਤਿੰਨੇ ਲੋਕਾਂ ਦੇ ਮਾਲਕ ਆਪਣੇ ਪਿਆਰੇ ਗੁਰਸਿੱਖਾਂ ਦੀ ਉਡੀਕ ਕਰਨ ਲੱਗ ਪਏ ਹਨ। ਕਰੁਣਾ ਭਰੇ ਰਸੀਲੇ ਨੈਣ, ਬਾਲਾ ਪ੍ਰੀਤਮ ਦੇ ਨੇਤਰਾਂ ਦੇ ਵਿੱਚ ਬੜੀ ਦਇਆ, ਬੜਾ ਹੀ ਰਹਿਮ ਹਰ ਵਕਤ ਭਰਿਆ ਹੀ ਰਹਿੰਦਾ ਸੀ। ਦਿਵਸ ਆਗਲੇ ਸੰਗਤ ਆਈ, ਆਗਲੇ ਦਿਨ ਜਿਹੜੇ ਪ੍ਰੇਮੀ ਕਾਬਲ ਹੈ, ਕੰਧਾਰ ਹੈ, ਆ ਜੰਮੂ ਹੈ, ਕਸ਼ਮੀਰ ਹੈ, ਇਹਨਾਂ ਇਲਾਕਿਆਂ ਦੇ ਵਿੱਚੋਂ ਜੋ ਵੀ ਮਾਈ ਭਾਈ ਆਪਣੇ ਬੱਚਿਆਂ ਦੇ ਸਮੇਤ ਇਕੱਠੇ ਹੋ ਕਰਕੇ ਆਏ ਸੀ। ਗਾਵਹਿ ਸ਼ਬਦ ਪ੍ਰੇਮ ਅਧਿਕਾਈ, ਇਹ ਸਾਰੇ ਗੁਰ ਸਿੱਖ ਆਪਣੀ ਰਸਨਾ ਤੋਂ ਰੱਬੀ ਬਾਣੀ ਦੇ ਸ਼ਬਦਾਂ ਦਾ ਗਾਇਨ ਵੀ ਕਰਦੇ ਹੋਏ ਆ ਰਹੇ ਹਨ। ਵਜਹ ਮਿਰਦੰਗ ਸਤਾਰ ਦੁਤਾਰੀ, ਇਸੇ ਤਰ੍ਹਾਂ ਪ੍ਰੇਮੀਆਂ ਨੇ ਆਪਣੇ ਹੱਥਾਂ ਦੇ ਵਿੱਚ ਮਿਰਦੰਗ, ਦੋਤਾਰਾ, ਸਤਾਰੇ ਜਿਹੜੇ ਪੁਰਾਤਨ ਸਮੇਂ ਦੇ ਤੰਤੀ ਸਾਜ਼ ਮੰਨੇ ਗਏ ਹਨ। ਕਰ ਕਰ ਬਾਬਾ ਗਾਵੀ ਹੈ, ਭਜਨ ਤਾਲ ਮਿਰਦੰਗਰ ਬਾਬਾ ਜਿਹੜੇ ਗੁਰ ਸਿੱਖ ਕੀਰਤਨ ਕਰਨਾ ਜਾਣਦੇ ਸੀ। ਉਹਨਾਂ ਨੇ ਆਪਣੇ ਹੱਥਾਂ 'ਚ ਹੀ ਦੋਤਾਰਾ ਵੀ, ਸਤਾਰ ਵੀ, ਇਸੇ ਤਰ੍ਹਾਂ ਮਿਰਦੰਗ ਪਕੜੀ ਹੋਈ ਹੈ। ਰਾਹ ਦੇ ਵਿੱਚ ਫਿਰ ਜੋਟੀਆਂ ਬਣਾ ਕਰਕੇ ਕੀਰਤਨ ਕਰਦੇ ਹੋਏ ਆ ਰਹੇ ਹਨ। ਪਾਏ ਰਾਗ ਤੁਨ ਊਚ ਉਚਾਰੀ, ਸ਼ਬਦਾਂ ਨੂੰ ਰਾਗਾਂ ਦੇ ਵਿੱਚ ਪਾ ਕਰਕੇ ਬੜੀ ਉੱਚੀ ਧੁਨੀ ਦੇ ਨਾਲ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ। ਸਤਿਗੁਰ ਬੈਠੇ ਲਾਏ ਦੀਵਾਨ, ਤਾਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸੰਗਤਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਬੜਾ ਸੁੰਦਰ ਆਪਣਾ ਰੂਹਾਨੀ ਦੀਵਾਨ ਸਜਾ ਲਿਆ ਸੀ। ਝੂਲਤ ਝੰਡਾ ਚਮਕ ਮਹਾਨ, ਇਸੇ ਤਰ੍ਹਾਂ ਬਹੁਤ ਵੱਡਾ ਚਮਕਦਾ ਹੋਇਆ ਜਿਹੜਾ ਝੰਡਾ ਉਹ ਵੀ ਮਹਾਰਾਜ ਦੇ ਅੱਗੇ ਝੁੱਲ ਰਿਹਾ ਸੀ। ਚਾਬਰ ਟੁਰਾਵਤ ਚਾਰ ਚੰਦੋਵਾ, ਬਾਲਾ ਪ੍ਰੀਤਮ ਬੈਠੇ ਨੇ ਬੜੇ ਸੁੰਦਰ ਚੰਦੋਏ ਦੇ ਥੱਲੇ। ਸੇਵਕਾਂ ਦਾਸਾਂ ਨੇ ਆਪਣੇ ਹੱਥਾਂ ਦੇ ਵਿੱਚ ਬੜੇ ਚਿੱਟੇ ਹੰਸ ਦੇ ਸਮਾਨ ਸੋਹਣੇ ਚੌਰ ਪਕੜ ਕਰਕੇ ਉਹ ਵੀ ਸੀ ਦੇ ਉੱਪਰ ਚਲਾ ਰਹੇ ਹਨ। ਬਾਜਤ ਨੌਬਤ ਨਾਦਤ ਹੋਵਾ, ਜਿਹੜੀ ਛੋਟੀ ਜੀ ਨੌਬਤ ਉਹਦੇ ਵੱਜਣ ਦੀ ਆਵਾਜ਼ ਵੀ ਸੰਗਤਾਂ ਦੇ ਕੰਨਾਂ ਦੇ ਵਿੱਚ ਪੈ ਰਹੀ ਹੈ। ਹਰਪਨ ਲੱਗੀ ਉਪਾਇਨ ਬ੍ਰਿੰਦ, ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਗੁਰਮੁਖ ਆਏ ਸੀ। ਸਾਰੇ ਆਪੋ ਆਪਣੀਆਂ ਭੇਟਾਵਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਲੱਗ ਪਏ ਹਨ। ਦਰਬ ਚੜਾਇਓ ਭਇਓ ਬਿਲੰਦ, ਜਿਨ੍ਹਾਂ ਨੇ ਆਪਣੇ ਪਾਸ ਮਾਇਆ ਔਰ ਧਨ ਦੀਆਂ ਥੈਲੀਆਂ ਲਿਆਂਦੀਆਂ ਸਨ, ਬੜੀ ਮਾਇਆ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕਰ ਦਿੱਤੀ ਹੈ। ਹੱਥ ਜੋੜ ਅਰਦਾਸ ਕਰੰਤੀ, ਦੋਵੇਂ ਹੱਥ ਜੋੜ ਕਰਕੇ ਆਪੋ ਆਪਣੀਆਂ ਅਰਦਾਸਾਂ ਬੇਨਤੀਆਂ ਵੀ ਬਾਲਾ ਪ੍ਰੀਤਮ ਦੇ ਅੱਗੇ ਕਰੀ ਜਾਂਦੇ ਹਨ। ਨਿਜ ਨਿਜ ਕਾਮਨ ਸਗਲ ਕਹੰਤੀ, ਆਪੋ ਆਪਣੀ ਜਿਹੜੀ
ਕਾਮਨਾ ਜੋ ਵੀ ਇੱਛਾ ਕਿਸੇ ਦੇ ਮਨ ਦੇ ਅੰਦਰ ਭਰੀ ਹੁੰਦੀ ਹੈ ਉਹ ਫਿਰ ਮੇਵੜੇ ਨੂੰ ਦੱਸ ਦਿੰਦੇ ਹਨ। ਜਤਾ ਜੋਗ ਸਤਿਗੁਰ ਸਭ ਕਈ, ਤਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਜਥਾ ਜੋਗ ਸਾਰੇ ਪ੍ਰੇਮੀ ਸੇਵਕਾਂ ਦਾਸਾਂ ਦਾ ਆਪਣੇ ਵੱਲੋਂ ਬੜਾ ਆਦਬ ਸਤਿਕਾਰ ਕੀਤਾ ਸੀ। ਸੰਗਤ ਕੋ ਵਿਦਾਇਗੀ ਦਈ, ਜਦੋਂ ਸਾਰਿਆਂ ਨੇ ਨੇਤਰ ਭਰ ਕੇ ਦਰਸ਼ਨ ਕਰ ਲਏ ਹਨ, ਜਥਾ ਜੋਗ ਮਸੰਦਾਂ ਨੂੰ ਪ੍ਰਬੰਧਕਾਂ ਨੂੰ ਮਹਾਰਾਜ ਨੇ ਆਪਣੇ ਵੱਲੋਂ ਸਿਰੋਂ ਪਾਉ ਵੀ ਬਖਸ਼ ਦਿੱਤੇ ਹਨ। ਆਪਰ ਕਹੂੰ ਕਹਿ ਲਗ ਵਿਵਹਾਰ, ਕਵੀ ਜੀ ਕਹਿੰਦੇ ਨੇ ਵੀ ਕਿਤਨਾ ਵੱਡਾ ਜਿਹੜਾ ਵਿਵਹਾਰ ਬਾਲਾ ਪ੍ਰੀਤਮ ਛੋਟੀ ਉਮਰ ਦੇ ਵਿੱਚ ਹੀ ਕੈਸੇ ਸੁੰਦਰ ਢੰਗ ਤਰੀਕੇ ਦੇ ਨਾਲ ਆਪਣੇ ਆਪ ਹੀ ਸੰਭਾਲ ਰਹੇ ਹਨ। ਸਤਿਗੁਰ ਅਰ ਸਿੱਖਨ ਕੀ ਕਾਰ, ਜਿਹੜੇ ਪ੍ਰੇਮੀ ਗੁਰ ਸਿੱਖ ਆਪਣੀ ਇਹ ਦਸਵੰਧ ਦੀ ਮਾਇਆ ਲੈ ਕਰਕੇ ਆਏ ਸੀ। ਪੁਨ ਸਤਿਗੁਰ ਮਾਰਗ ਚੱਲ ਪਰੀ, ਬਾਲਾ ਪ੍ਰੀਤਮ ਨੇ ਪਹਿਲਿਆਂ ਵਾਲੀ ਮਰਜ਼ਾਦਾ ਨੂੰ ਮੁੱਖ ਰੱਖਦਿਆਂ ਹੋਇਆ ਸਾਰਿਆਂ ਦਾ ਬੜਾ ਮਾਣ ਸਤਿਕਾਰ ਵੀ ਕੀਤਾ। ਜਦੋਂ ਸੰਗਤਾਂ ਵਾਪਸ ਮੁੜ ਗਈਆਂ, ਸਤਿਗੁਰੂ ਜੀ ਦਾ ਜਿਹੜਾ ਵੀਰ ਬਹੁਤ ਵੱਡਾ ਅੱਗੇ ਨੂੰ ਚੱਲ ਪਿਆ ਸੀ। ਇੱਕ ਦੋਏ ਦਿਵਸ ਅਗਾਰੀ ਤੁਰੇ, ਅਜੇ ਸਤਿਗੁਰੂ ਜੀ ਨੇ 1-2 ਦਿਨ ਹੀ ਆਪਣਾ ਇਹ ਪੈਂਡਾ ਤੈਅ ਕੀਤਾ ਸੀ। ਚਲਤ ਆਈ ਤਿਸ ਥਾਈ, ਚਲਦਿਆਂ ਸਤਿਗੁਰੂ ਜੀ ਨੇ ਜਿਹੜਾ ਬਨੋੜ ਸ਼ਹਿਰ ਉਸ ਨੂੰ ਵੀ ਅੱਗੇ ਲੰਘ ਗਏ ਹਨ। ਜਹ ਪੰਜੋਖਰਾ ਗ੍ਰਾਮ ਸੁਹਾਈ, ਫਿਰ ਰਾਜਪੁਰਾ ਤੋਂ ਅੱਗੇ ਅੰਬਾਲੇ ਸ਼ਹਿਰ ਦੇ ਵਿੱਚ ਬਾਹਰਲੇ ਪਾਸੇ ਜੋ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਬਹੁਤ ਵੱਡਾ ਸੁੰਦਰ ਸਥਾਨ ਪੰਜੋਖਰਾ ਸਾਹਿਬ ਬਣਿਆ ਹੋਇਆ ਹੈ। ਡੇਰਾ ਕਰਿਓ ਆਈ ਕਰ ਜਬੈ, ਜਦੋਂ ਬਾਲਾ ਪ੍ਰੀਤਮ ਨੇ ਪੰਜੋਖਰਾ ਸਾਹਿਬ ਵਾਲੀ ਜਗ੍ਹਾ ਤੇ ਆ ਕਰਕੇ ਆਪਣਾ ਡੇਰਾ ਲਗਾਇਆ ਸੀ, ਸਿੱਖ ਵਿਦੇਸ਼ੀ ਪਹੁੰਚਿਓ ਤਬੈ, ਫਿਰ ਉਸੇ ਤਰ੍ਹਾਂ ਵਿਦੇਸ਼ਾਂ ਦੇ ਵਿੱਚੋਂ ਬਹੁਤ ਸਾਰੇ ਗੁਰ ਸਿੱਖ ਮਹਾਰਾਜ ਦੇ ਪਾਸ ਪਹੁੰਚ ਗਏ ਹਨ। ਖੜੇ ਹੋਏ ਅਰਦਾਸ ਉਚਾਰੀ, ਇਹਨਾਂ ਨੇ ਵੀ ਉਸੇ ਤਰ੍ਹਾਂ ਖੜਿਆ ਹੋ ਕਰਕੇ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਹੈ। ਗੁਰ ਜੀ ਸੰਗਤ ਆਬਤ ਭਾਰੀ, ਐ ਸੱਚੇ ਪਾਤਸ਼ਾਹ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਇਕੱਤਰ ਹੋ ਕੇ ਔਰ ਰਾਹ ਦੇ ਵਿੱਚ ਆ ਰਹੀਆਂ ਹਨ। ਇੱਕ ਦਿਨ ਇਹਾਂ ਮੁਕਾਮ ਕਰੀਜੈ, ਜੈ ਕਰ ਕਿਰਪਾ ਕਰਕੇ ਆਪ ਇੱਕ ਦਿਨ ਇਸ ਥਾਂ ਤੇ ਆਪਣਾ ਡੇਰਾ ਲਗਾ ਕਰਕੇ ਰੱਖ ਲਵੋਗੇ। ਪ੍ਰੇਮੀ ਸਿੱਖਨ ਦਰਸ਼ਨ ਦੀਜੈ, ਫਿਰ ਸਾਰੇ ਪ੍ਰੇਮੀ ਗੁਰ ਸਿੱਖਾਂ ਨੇ ਇੱਥੇ ਹੀ ਅੰਬਾਲੇ ਸ਼ਹਿਰ ਦੇ ਵਿੱਚ ਆਪ ਜੀ ਦਾ ਦਰਸ਼ਨ ਕਰ ਲੈਣੇ ਹਨ। ਸੁਣ ਸ਼੍ਰੀ ਸਤਿਗੁਰ ਹਿਰਦੇ ਵਿਚਾਰੀ, ਇਹ ਸੁਣ ਕੇ ਬਾਲਾ ਪ੍ਰੀਤਮ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਸੀ। ਨਿਤ ਪ੍ਰਤ ਸੰਗਤ ਪਹੁੰਚਤ ਭਾਰੀ, ਵੀ ਹੁਣ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਨ੍ਹਾਂ ਨੂੰ ਇਹ ਵਾਰਤਾ ਦਾ ਪਤਾ ਲੱਗੀ ਜਾਂਦਾ ਹੈ ਵੀ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਸ਼ਹਿਰ ਦੇ ਵੱਲ ਰਵਾਨਾ ਹੋ ਗਏ ਨੇ। ਜਿਨ੍ਹਾਂ ਇਲਾਕਿਆਂ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਖਬਰ ਪਹੁੰਚੀ ਜਾਂਦੀ ਹੈ। ਹਮਕੋ ਗਮਨਤ ਸੁਨ ਬਹੁਤ ਆਵ ਹੈ, ਸਾਡਾ ਦਿੱਲੀ ਸ਼ਹਿਰ ਦੇ ਵੱਲ ਜਾਣਾ ਸੁਣ ਕਰਕੇ ਪ੍ਰੇਮੀ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪੋ ਆਪਣੇ ਇਲਾਕਿਆਂ ਆਪੋ ਆਪਣੇ ਵੱਡੇ ਸ਼ਹਿਰਾਂ ਦੇ ਵਿੱਚੋਂ ਹੀ ਚੱਲ ਪਏ ਹਨ। ਮਾਰਗ ਵਿਖੇ ਸ਼ਰਮ ਤਾ ਕੁਲਾਵ ਹੈ, ਇੱਕ ਤਾਂ ਇਹਨਾਂ ਨੂੰ ਰਾਹ ਦੇ ਵਿੱਚ ਬੜੀ ਥਕਾਵਟ ਤੇ ਬੜੀ ਤਕਲੀਫ ਵੀ ਸਰੀਰਾਂ ਦੇ ਉੱਪਰ ਚੱਲਣੀ ਪੈਂਦੀ ਹੈ। ਜਦੋਂ ਇਤਨੇ ਵੱਡੇ ਸਫ਼ਰ ਕਿਤੇ ਤੈਅ ਕਰਨੇ ਪੈ ਜਾਣ, ਪਹਿਲਾਂ ਜੰਮੂ ਕਸ਼ਮੀਰ ਦੇ ਲਓ ਆਪਣੇ ਕਿਤਨੀ ਦੂਰੀ 'ਤੇ ਇਹ ਸ਼ਹਿਰ ਪੈਂਦੇ ਹਨ। ਬਾਲਾ ਪ੍ਰੀਤਮ ਨੇ ਸੋਚਿਆ ਵੀ ਬਹੁਤ ਵੱਡਾ ਲੰਮਾ ਸਫ਼ਰ ਤੈਅ ਕਰਨ ਦੇ ਨਾਲ
ਗੁਰ ਸਿੱਖਾਂ ਨੂੰ ਰਾਹ ਦੇ ਵਿੱਚ ਬੜੀ ਖੇਚਲ ਅਤੇ ਬੜੀ ਇਹ ਥਕਾਵਟ ਝੱਲਣੀ ਪੈਂਦੀ ਹੈ। ਜਾਂ ਤੇ ਕੁਛ ਉਪਾਈ ਅਸ ਕੀਜੈ। ਇਸ ਕਰਕੇ ਇਹਨਾਂ ਦਾ ਕੋਈ ਨਾ ਕੋਈ ਉਪਾਅ ਯਤਨ ਰਾਹ ਦੇ ਵਿੱਚ ਹੀ ਰੋਕਣ ਦਾ ਜ਼ਰੂਰ ਕਰਨਾ ਚਾਹੀਦਾ ਹੈ। ਸਭ ਸਿੱਖਨ ਕਹਿ ਬਾਕ ਤਰੀਜੈ। ਜਿਸ ਕਰਕੇ ਇਹਨਾਂ ਨੇ ਫਿਰ ਰਾਹ ਦੇ ਵਿੱਚੋਂ ਹੀ ਦਰਸ਼ਨ ਕਰਕੇ ਆਪੋ ਆਪਣੇ ਇਲਾਕਿਆਂ ਨੂੰ ਵਾਪਸ ਮੁੜ ਜਾਣ। ਇਹੋ ਜਿਹਾ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਪਾਅ ਯਤਨ ਕਰਨ ਦੇ ਲਈ ਆਪ ਸੋਚਣ ਲੱਗ ਪਏ ਹਨ। ਇਤਨੇ ਮਹਿ ਜੈ ਸਿੰਘ ਕੋ ਦੂਤ। ਇਤਨੇ ਨੂੰ ਜਿਹੜਾ ਰਾਜੇ ਜੈ ਸਿੰਘ ਦਾ ਦੂਤ ਉਹ ਵੀ ਬਾਲਾ ਪ੍ਰੀਤਮ ਦੇ ਪਾਸ ਹਾਜ਼ਰ ਹੋ ਗਿਆ ਸੀ। ਆਇਓ ਜਹ ਬੈਠੇ ਗੁਰਪੂਤ। ਜੈ ਸਤਾ ਤੇ ਤਨ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਦੇ ਮਨ ਨੂੰ ਮੋਹਣ ਵਾਲੇ ਸੁੰਦਰ ਲਾਲ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਸਨ। ਨਮਸਕਾਰ ਕਰ ਬੈਠਿਓ ਪਾਸ। ਜਦੋਂ ਪਰਸਰਾਮ ਚਰਨਾਂ ਤੇ ਟੇਕ ਕਰਕੇ ਮੱਥਾ ਮਹਾਰਾਜ ਦੇ ਨੇੜੇ ਹੋ ਕਰਕੇ ਬੈਠ ਗਿਆ ਸੀ। ਹਾਥ ਬੰਦ ਬੋਲਿਓ ਅਰਦਾਸ। ਇਹਨੇ ਵੀ ਆਪਣੇ ਵੱਲੋਂ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰ ਦਿੱਤੀ ਹੈ। ਕੀਰਤ ਪੁਰਤੀ ਜਬ ਨਿਕਸਾਈ। ਸੱਚੇ ਪਾਤਸ਼ਾਹ ਜਦੋਂ ਦਾ ਨਾ ਆਪਾਂ ਕੀਰਤਪੁਰ ਤੋਂ ਚੱਲੇ ਹਾਂ। ਕੀਰਤਕ ਦਿਵਸ ਮੁਕਾਮ ਬਿਤਾਈ। ਆ ਦੇਖੋ ਰਾਹ ਦੇ ਵਿੱਚ ਡੇਰੇ ਕਰਦਿਆਂ ਕਿਤਨੇ ਦਿਨ ਆਪਾਂ ਨੂੰ ਬਤੀਤ ਹੋ ਗਏ ਹਨ। ਅਜੇ ਤਾਂ ਆਪਾਂ ਨੇ 20 ਕੋਹ ਦਾ ਜਿਹੜਾ ਪੈਂਡਾ ਮਸਾ ਤੈਅ ਕੀਤਾ ਹੈ। ਪ੍ਰਿੰਸੀਪਲ ਸਤਵੀਰ ਸਿੰਘ ਜੀ ਦੇ ਲਿਖਣ ਦੇ ਮੁਤਾਬਕ ਵੀ 29 ਦਿਨ ਆਪਾਂ ਨੂੰ ਪਹਿਲਾਂ ਹੀ ਬਤੀਤ ਹੋ ਚੁੱਕੇ ਹਨ। ਇਸ ਪ੍ਰਕਾਰ ਪਹੁੰਚ ਹੈ ਕਬ ਜੈ ਕੈ। ਸੱਚੇ ਪਾਤਸ਼ਾਹ ਅਜੇ ਤਾਂ ਦਿੱਲੀ ਸ਼ਹਿਰ ਇਸ ਥਾਂ ਤੋਂ ਕਿਤਨੀ ਦੂਰੀ ਤੈ ਪਿਆ। ਜੇ ਹੁਣ ਇਸੇ ਤਰ੍ਹਾਂ ਰੋਜ਼ ਦੀ ਰੋਜ਼ ਆਪਾਂ ਨੂੰ ਰਾਹ ਦੇ ਵਿੱਚ ਡੇਰੇ ਕਰਨੇ ਪੈ ਗਏ ਫਿਰ ਦਿੱਲੀ ਸ਼ਹਿਰ ਤੱਕ ਪਹੁੰਚਣ ਦੇ ਲਈ ਆਪਾਂ ਨੂੰ ਮਹੀਨਿਆਂ ਬੱਧੀ ਜਿਹੜਾ ਸਮਾਂ ਰਾਹ ਦੇ ਵਿੱਚ ਹੀ ਲੱਗ ਜਾਣਾ ਹੈ। ਮਗ ਮਹਿ ਦੇਹੋ ਬਹੁ ਕਾਲ ਬਿਤੈ ਕੈ। ਸੱਚੇ ਪਾਤਸ਼ਾਹ ਅਜੇ ਤਾਂ ਥੋੜ੍ਹੇ ਦਿਨ ਹੀ ਆਪਾਂ ਨੂੰ ਕੀਰਤਪੁਰ ਤੋਂ ਚੱਲਿਆਂ ਨੂੰ ਬਤੀਤ ਹੋਏ ਹਨ। ਕਿਤਨੇ ਰਾਹ ਦੇ ਵਿੱਚ ਹੀ ਆਪਾਂ ਨੂੰ ਡੇਰੇ ਕਰਨੇ ਪੈ ਗਏ ਹਨ। ਚੌਦਿਸ਼ ਕੀ ਗਨ ਸੰਗਤ ਆਵੇ। ਮੈਂ ਤਾਂ ਦੇਖ ਕਰਕੇ ਮਨ ਦੇ ਵਿੱਚ ਬੜਾ ਹੈਰਾਨ ਹੋ ਰਿਹਾ ਵੀ ਚਾਰੇ ਦਿਸ਼ਾ ਦੇ ਵਿੱਚੋਂ ਕਿਵੇਂ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਘਰਾਂ 'ਚੋਂ ਚੱਲ ਪਏ ਹਨ। ਸਭ ਦਰਸ਼ਨ ਚਿਤ ਚਾਹਤ ਧਾਵੈ। ਸਾਰੇ ਹੀ ਆਪ ਜੀ ਦਾ ਦਰਸ਼ਨ ਕਰਨ ਵਾਸਤੇ ਕਿਵੇਂ ਆਪੋ ਆਪਣੇ ਇਲਾਕਿਆਂ 'ਚੋਂ ਆਪੋ ਆਪਣੇ ਵੱਡੇ ਸ਼ਹਿਰਾਂ 'ਚੋਂ ਵਿਚਾਰੇ ਬੜੇ ਦੌੜੇ ਆ ਰਹੇ ਹਨ। ਕਰੋ ਉਪਾਓ ਆਪ ਕੋ ਐਸੀ। ਸੱਚੇ ਪਾਤਸ਼ਾਹ ਆਪ ਕੋਈ ਨਾ ਕੋਈ ਇਹਨਾਂ ਨੂੰ ਰੋਕਣ ਦਾ ਉਪਾਅ ਯਤਨ ਜਦੋਂ ਕਰ ਦੇਵੋਗੇ। ਮਗ ਮਹਿ ਬਹੁ ਦਿਨ ਬਿਤਹਿ ਨਾ ਜੈਸੀ। ਜਿਸ ਕਰਕੇ ਆਪਾਂ ਨੂੰ ਰਾਹ ਦੇ ਵਿੱਚ ਕੋਈ ਜ਼ਿਆਦਾ ਦਿਨ ਨਾ ਬਤੀਤ ਹੋ ਜਾਣ। ਇਹ ਉਪਾਅ ਯਤਨ ਆਪ ਹੀ ਖੁਦ ਸੰਗਤਾਂ ਦੇ ਭਲੇ ਵਾਸਤੇ ਕਰ ਸਕਦੇ ਹੋ। ਸੁਣ ਸਤਿਗੁਰ ਨੇ ਧੀਰਜ ਦੀਨਿਓ। ਸੁਣ ਕਰਕੇ ਬਾਲਾ ਪ੍ਰੀਤਮ ਨੇ ਰਾਜਾ ਜੈ ਸਿੰਘ ਦੇ ਦੋਤ ਪਰਸਰਾਮ ਨੂੰ ਆਪਣੇ ਵੱਲੋਂ ਧੀਰਜ ਬਖਸ਼ ਦਿੱਤਾ ਸੀ। ਹਿਮ ਹੀ ਕਰਹਿ ਜਤਾ ਤੁਮ ਚੀਨਿਓ। ਕਹਿ ਲਗੇ ਵੀ ਅਸੀਂ ਤਾਂ ਪਹਿਲਾਂ ਹੀ ਇਹ ਮਨ ਦੇ ਵਿੱਚ ਸੋਚੀ ਜਾ ਰਹੇ ਹਾਂ ਵੀ ਇਹਨਾਂ ਦਾ ਰਾਹ ਦੇ ਵਿੱਚ ਕੋਈ ਨਾ ਕੋਈ ਰੋਕਣ ਦਾ ਉਪਾਅ ਯਤਨ ਜ਼ਰੂਰ ਕਰਨਾ ਹੀ ਪਵੇਗਾ। ਉਤਰਿਓ ਹੁਤੋ ਜਹਾਂ ਸਭ ਡੇਰਾ। ਜਿਸ ਥਾਂ 'ਤੇ ਸਤਿਗੁਰੂ ਜੀ ਦਾ ਪੰਜੋਕਰਾ ਸਾਹਿਬ ਦੀ ਪਾਵਨ ਧਰਤੀ 'ਤੇ ਸਾਰਾ ਹੀ ਹੈ ਬਹੀਰ ਉਤਰਿਆ ਹੋਇਆ ਸੀ। ਤਹ ਸਿਕਤਾ ਥਲ ਸੁੰਦਰ ਹੀਰਾ। ਉਸ ਥਾਂ 'ਤੇ ਮਹਾਰਾਜ ਨੇ ਇੱਕ
ਛੋਟਾ ਜਿਹਾ ਜਿਵੇਂ ਰੇਤੇ ਦਾ ਥੇਜਾ ਬਣਿਆ ਹੁੰਦਾ ਹੈ। ਸ੍ਰੀ ਸਤਿਗੁਰ ਚੱਲ ਤਿਸ ਥਲ ਬੈਸੀ। ਆਪ ਬਾਲਾ ਪ੍ਰੀਤਮ ਉਸ ਰੇਤੇ ਦੇ ਛੋਟੇ ਜਿਹੇ ਥੇ ਦੇ ਉੱਪਰ ਚੜ ਕਰਕੇ ਬੈਠ ਗਏ ਨੇ। ਖੇਲਣ ਲੱਗੀ ਅਪਰ ਸਿਸ ਜੈਸੀ। ਜਿਵੇਂ ਨਾ ਸੰਸਾਰੀ ਬਾਲ ਕੇ ਰੇਤੇ ਦੇ ਨਾਲ ਕਈ ਦਫਾ ਘਰਾਂ ਦੇ ਵਿੱਚ ਖੇਲਣ ਲੱਗ ਜਾਂਦੇ ਹਨ, ਇਸੇ ਤਰ੍ਹਾਂ ਦੀ ਲੀਲਾ ਬਾਲਾ ਪ੍ਰੀਤਮ ਨੇ ਕਰਨੀ ਸ਼ੁਰੂ ਕਰ ਦਿੱਤੀ ਹੈ। ਸਹਿਤ ਵਿਭੂਖਨ ਕੋਮਲ ਹਾਥ। ਸਤਿਗੁਰੂ ਜੀ ਦੇ ਕਰ ਕਮਲ ਬੜੇ ਹੀ ਕੋਮਲ ਔਰ ਨਿੱਕੇ ਨਿੱਕੇ ਹਨ। ਸ਼ੁਭ ਕੰਚਨ ਕੇ ਹੀਰਨ ਸਾਥ। ਇਸੇ ਤਰ੍ਹਾਂ ਹੱਥਾਂ ਦੇ ਵਿੱਚ ਜੋ ਵੀ ਸੋਨੇ ਦੇ ਨਿੱਕੇ ਨਿੱਕੇ ਕੜੇ, ਉਹਨਾਂ ਦੇ ਵਿੱਚ ਹੀਰੇ ਜਵਾਰ ਆਦਿਕ ਦੀਆਂ ਕਣੀਆਂ ਵੀ ਥਾਂ ਥਾਂ 'ਤੇ ਲੱਗੀਆਂ ਹੋਈਆਂ ਸਨ। ਸਿਕਤਾ ਲੱਗੀ ਸਕੇਲਨ ਰਾਸ। ਆਪ ਬਾਲਾ ਪ੍ਰੀਤਮ ਦੁਨਿਆਵੀ ਬਾਲਕਿਆਂ ਦੇ ਸਮਾਨ ਆਲੇ ਦੁਆਲੇ ਤਾਂ ਨਾ ਉੱਥੇ ਜਿਹੜਾ ਰੇਤਾ ਸੀ ਉਹਨੂੰ ਇੱਕ ਥਾਂ 'ਤੇ ਇਕੱਠਾ ਕਰਨ ਲੱਗ ਪਏ ਹਨ। ਪਸਰਿਓ ਪਰਿਓ ਪ੍ਰਿਥੀ ਚਹੁ ਪਾਸ। ਜਿਹੜਾ ਧਰਤੀ 'ਤੇ ਚਾਰੇ ਪਾਸੇ ਦੂਰ ਤੱਕ ਬੜਾ ਰੇਤਾ ਖਿਲਰਿਆ ਪਿਆ ਸੀ। ਆਪਣੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਬਾਲਾ ਪ੍ਰੀਤਮ ਨੂੰ ਇਸ ਇੱਕ ਥਾਂ 'ਤੇ ਜਿਵੇਂ ਢੇਰੀ ਲਗਾਈਂਦੀ ਹੈ ਨਾ, ਇਸੇ ਤਰ੍ਹਾਂ ਨਿੱਕੇ ਨਿੱਕੇ ਹੱਥਾਂ ਦੇ ਨਾਲ ਚਾਰੇ ਪਾਸਿਆਂ ਤੋਂ ਇਕੱਠਾ ਕਰਨ ਲੱਗ ਪਏ ਹਨ। ਇਹ ਤੋਤ ਹਾਥ ਚਲਾਈ ਚਲਾਈ। ਆਪਣੇ ਨਿੱਕੇ ਨਿੱਕੇ ਕਰ ਕਮਲਾਂ ਨੂੰ ਇੱਧਰ ਉੱਧਰ ਬੱਚਿਆਂ ਦੇ ਸਮਾਨ ਸਤਿਗੁਰੂ ਜੀ ਚਲਾਉਣ ਲੱਗ ਪਏ ਹਨ। ਕਰਿਓ ਢੇਰ ਉੱਚੋ ਤਿਸ ਥਾਈ। ਆਲੇ ਦੁਆਲੇ ਤੋਂ ਰੇਤਾ ਕਰਕੇ ਇਕੱਠਾ ਇੱਕ ਛੋਟਾ ਜਿਹਾ ਢੇਰ ਜਾ ਉਸ ਥਾਂ 'ਤੇ ਲਗਾ ਦਿੱਤਾ ਸੀ। ਚਾਹੁ ਦਿਸ਼ ਤੇ ਨਿਜ ਕਰ ਸੋਂ ਪ੍ਰੇਰਿਤ। ਉਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਉਸ ਰੇਤੇ ਨੂੰ ਚਾਰੇ ਪਾਸਿਆਂ ਤੋਂ ਖਿੱਚ ਖਿੱਚ ਕਰਕੇ ਇੱਕ ਢੇਰੀ ਦੇ ਸਮਾਨ ਬਣਾਉਣ ਲੱਗ ਪਏ ਹਨ। ਇੱਕ ਸਮ ਕਰਿਓ ਦਾਸ ਗਨ ਹੀਰਤ। ਇਹ ਲੀਲਾ ਕੌਤਕ ਦੇ ਕਰਕੇ ਸੇਵਕ ਦਾਸ ਬੜੇ ਹੈਰਾਨ ਹੋ ਗਏ ਵੀ ਕੈਸਾ ਕੌਤਕ ਬਾਲਾ ਪ੍ਰੀਤਮ ਨੇ ਵਰਤਾਇਆ ਹੈ। ਨਿੱਕੀਆਂ ਨਿੱਕੀਆਂ ਆਪਣੀਆਂ ਹਥੇਲੀਆਂ ਦੇ ਨਾਲ ਜਿਹੜਾ ਰੇਤਾ ਚਾਰੇ ਪਾਸਿਆਂ ਤੋਂ ਖਿੱਚ ਖਿੱਚ ਕਰਕੇ ਇੱਕ ਢੇਰੀ ਦੇ ਰੂਪ ਦੇ ਵਿੱਚ ਬਣਾ ਦਿੱਤਾ ਸੀ। ਜਨ ਹੈ ਬਾਲਕ ਲੀਲਾ ਕਰਹੀ। ਜਿਹੜੇ ਸਿਆਣੇ ਸਿਆਣੇ ਸੋਚਣ ਲੱਗੇ ਵੀ ਹੁਣ ਤਾਂ ਸਤਿਗੁਰੂ ਜੀ ਆਪਣੀ ਇੱਕ ਬਾਲਕ ਲੀਲਾ ਸਾਰਿਆਂ ਦੇ ਸਾਹਮਣੇ ਕਰਨ ਲੱਗ ਪਏ ਹਨ। ਇੱਕ ਸਮ ਕਰਿਓ ਦਾਸ ਗਨ ਹੀਰਤ। ਜਦੋਂ ਇਹ ਜਿਹੜਾ ਰੇਤਾ ਚਾਰੇ ਪਾਸਿਆਂ ਤੋਂ ਇਕੱਠਾ ਕਰ ਕਰਕੇ ਇੱਕ ਸਮਾਨ ਕਾਫੀ ਵੱਡੇ ਢੇਰ ਦੇ ਸਮਾਨ ਬਣਾ ਦਿੱਤਾ ਸੀ। ਕੋ ਬੈਠੋ ਕੋ ਖਰੋ ਨਿਹਰਹੀ। ਹੁਣ ਇਸ ਲੀਲਾ ਨੂੰ ਬਹੁਤ ਸਾਰੇ ਖੜਿਆ ਹੋ ਕਰਕੇ ਤੱਕ ਰਹੇ ਹਨ। ਕਾਫੀ ਪ੍ਰੇਮੀ ਕੋ ਤੱਕ ਰਹੇ ਹਨ। ਸਿਕਤਾ ਢੀਰ ਲਾਏ ਗੁਰ ਕਹੈ। ਜਦੋਂ ਬਾਲਾ ਪ੍ਰੀਤਮ ਨੇ ਕਾਫੀ ਇਹ ਜਿਹੜਾ ਢੇਰ ਉੱਚਾ ਕਰ ਦਿੱਤਾ ਸੀ, ਢੇਰ ਬਣਾ ਕਰਕੇ ਫਿਰ ਆਪਣੀ ਰਸਨਾ ਤੋਂ ਇਹ ਬਚਨ ਕਹਿਣ ਲੱਗ ਪਏ ਹਨ। ਜੋ ਸਿੱਖ ਹਮਕੋ ਹੀਰਿਓ ਚਹੈ। ਭਾਈ ਜਿਹੜਾ ਵੀ ਪ੍ਰੇਮੀ, ਜਿਹੜਾ ਗੁਰ ਸਿੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਣ ਵਾਲਾ ਜੋ ਵੀ ਸਾਡਾ ਆ ਕਰਕੇ ਰਾਹ ਦੇ ਵਿੱਚ ਦਰਸ਼ਨ ਕਰਨਾ ਚਾਹੁੰਦੇ ਹਨ, ਸੋ ਇਸ ਥਾਨ ਲੱਗੋ ਚਲ ਆਈ। ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਚੋਂ ਚੱਲ ਪਈਆਂ ਹਨ, ਕਰਹਿ ਭਾਵਨਾ ਸੀਸ ਨਿਵਾਈ। ਜਿਹੜਾ ਵੀ ਇਸ ਢੇਰੀ ਦੇ ਅੱਗੇ ਆ ਕਰਕੇ ਭਾਵਨਾ ਦੇ ਸਹਿਤ ਮੱਥਾ ਟੇਕ ਦੇਗਾ। ਲਿਆਈ ਉਪਾਇਨ ਜੋ ਹਮ ਕਾਰਨ। ਜਿਹੜੀਆਂ ਪਟਾਵਾਂ ਸਾਨੂੰ ਅਰਪਣ ਕਰਨ ਦੇ ਲਈ
ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਹ ਲੈ ਕਰਕੇ ਆ ਰਹੀਆਂ ਹਨ। ਹਰ ਪਹਿ ਇਹਾਂ ਹੋਏ ਦੁਖ ਟਾਰਨ। ਬਾਲਾ ਪ੍ਰੀਤਮ ਕਹਿ ਲੱਗੇ ਵੀ ਜਿਹੜਾ ਆਪਣੀ ਲਿਆਂਦੀ ਹੋਈ ਭੇਟਾ ਇੱਥੇ ਆ ਕਰਕੇ ਮੱਥਾ ਟੇਕ ਦਿਓ, ਉਹਦੇ ਸਾਰੇ ਵੱਡੇ ਵੱਡੇ ਦੁੱਖ, ਵੱਡੀਆਂ ਵੱਡੀਆਂ ਤਕਲੀਫਾਂ, ਵੱਡੇ ਵੱਡੇ ਜਿਹੜੇ ਕਸ਼ਟ ਦੂਰ ਹੋ ਜਾਣੇ ਹਨ। ਖਰੋ ਹੋਈ ਅਰਦਾਸ ਕਰਵੈ। ਜਿਹੜਾ ਵੀ ਪ੍ਰੇਮੀ ਗੌਰ ਸਿੱਖ ਖੜਿਆ ਹੋ ਕਰਕੇ ਇੱਥੇ ਇੱਕ ਵਾਰੀ ਅਰਦਾਸ ਬੇਨਤੀ ਕਰਵਾ ਦੇਗਾ, ਸੋ ਨਰ ਹਮਰੇ ਪਾਸ ਪੁਚਾਵੈ। ਇੱਥੇ ਜਿਹੜੀਆਂ ਲਿਆਂਦੀਆਂ ਹੋਈਆਂ ਉਹਨਾਂ ਦੀਆਂ ਭੇਟਾਵਾਂ ਸਾਰੀਆਂ ਸਾਡੇ ਪਾਸ ਹੀ ਪਹੁੰਚ ਜਾਣੀਆਂ ਹਨ। ਨਿਸ਼ਚਾ ਤਰਹਿ ਇਹਾਂ ਲਗ ਆਈ। ਜਿਹੜੇ ਸ਼ਰਧਾ ਭਾਵਨਾ ਯਕੀਨ ਭਰੋਸਾ ਧਾਰਨ ਕਰਕੇ ਇੱਥੇ ਤੱਕ ਹੀ ਚੱਲ ਕਰਕੇ ਆ ਜਾਣਗੇ, ਉਹਨਾਂ ਦੀਆਂ ਭਾਵਨਾ, ਉਹਨਾਂ ਦੇ ਵੱਡੇ ਵੱਡੇ ਦੁੱਖ, ਵੱਡੀਆਂ ਵੱਡੀਆਂ ਤਕਲੀਫਾਂ ਸਾਰੀਆਂ ਹੀ ਨਾਸ ਹੋ ਜਾਣੀਆਂ ਹਨ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਇਹ ਬਚਨ ਆਪਣੀ ਰਸਨਾ ਤੋਂ ਕਰਨੇ ਹਨ, ਸੋ ਜਿਹੜੇ ਪ੍ਰੇਮੀ ਭਾਈ ਰੋਜ਼ਾਨਾ ਹੀ ਮਹਾਂਪੁਰਖਾਂ ਦੇ ਪਾਵਨ ਸਥਾਨ 'ਤੇ ਕਥਾ ਸੁਣਨ ਵਾਸਤੇ ਪਹੁੰਚਦੇ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਵੀ ਦਿਨਾਂ ਦੇ ਵਿੱਚ ਕਾਫੀ ਫਰਕ ਪੈ ਚੁੱਕਿਆ ਹੈ। ਇਸ ਕਰਕੇ ਕੱਲ੍ਹ ਤੋਂ ਜਿਹੜਾ ਕਥਾ ਦਾ ਟਾਈਮ 8:45 ਵਜੇ ਤੋਂ ਲੈ ਕਰਕੇ 9:45 ਵਜੇ ਤੱਕ ਹੋਇਆ ਕਰੇਗਾ। ਜੋ ਵੀ ਮਾਈ ਔਰ ਭਾਈ ਰੋਜ਼ਾਨਾ ਬੜੇ ਪਿਆਰ ਦੇ ਨਾਲ ਮਹਾਂਪੁਰਖਾਂ ਦੇ ਪਾਵਨ ਸਥਾਨ 'ਤੇ ਪਹੁੰਚਦੇ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕੱਲ੍ਹ ਨੂੰ ਜਿਹੜਾ ਕਥਾ ਦਾ ਟਾਈਮ 8:45 ਤੋਂ ਲੈ ਕਰਕੇ 9:45 ਵਜੇ ਤੱਕ ਹੋਏਗਾ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਇਸ ਸਥਾਨ ਨੂੰ ਬੜੇ ਵਰਦਾਨ ਬਖਸ਼ਣੇ ਹਨ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਨਿਸ਼ਚਾ ਤਰਹਿ ਇਹਾਂ ਲਗ ਆਈ। ਆਗੈ ਤਰਹਿ ਨਹੀਂ ਪੁਨ ਪਾਈ। ਨਿਸ਼ਚਾ ਤਰਹਿ ਇਹਾਂ ਲਗ ਆਈ। ਆਗੈ ਤਰਹਿ ਨਹੀਂ ਪੁਨ ਪਾਈ। ਏ ਚੌਥ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ। ਏ ਪੂਰਨ ਸਰਬ ਮੈਂ ਦੁਖ ਪੰਜਨ ਗੁਣ ਤਾਸ। ਏ ਸੰਗੀ ਏ ਨਿਰੰਕਾਰ ਏ ਨਿਰਗੁਣ ਸਭ ਟੀਕ। ਏ ਗੋਵਿੰਦ ਏ ਗੁਣ ਦਾਨ ਜਾਕੈ ਸਦਾ ਵਿਵੇਕ। ਏ ਪਰੰਪਰ ਹਰਿ ਹਰਿ ਹੈ ਪੀ ਹੋਵਨ ਹਾਰ। ਏ ਸੰਤਾਂ ਕੈ ਸਦਾ ਸੰਗ ਨਿਰਧਾਰਾ ਆਧਾਰ। ਏ ਠਾਕਰੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਈ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਕਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਮੈਂ ਗੁਰੂ ਨਾਮ ਜਹਾਜ਼ ਚੜੇ ਸੋਤਰੇ ਪਾਰ। ਜੋ ਸ਼ਰਦ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਦ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ।